ਸਾਡਾ ਮਕਸਦ ਹੈ ਗੱਲਬਾਤ ਰਾਹੀਂ ਮਸਲਾ ਹੱਲ ਕਰੀਏ ਔਰ ਉਹਨਾਂ ਨੂੰ ਅਸੀਂ ਜਿਹੜੀਆਂ ਉਹਨਾਂ ਦੀ ਐਪਰੀਹੈਂਸ਼ਨਸ ਹੈਗੀਆਂ ਉਹਨਾਂ ਨੂੰ ਦੂਰ ਕਰੀਏ। ਲੇਕਿਨ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ। ਜੇ ਤੁਸੀਂ ਇਹ ਕਹੋਗੇ ਜੋ ਮੈਂ ਕਹਿੰਦਾ ਉਹ ਹੋਣਾ ਚਾਹੀਦਾ, ਫਿਰ ਤਾਂ ਅੱਜ ਤੱਕ ਘਰ 'ਚ ਰੋਟੀ ਨਹੀਂ ਕਿਸੇ ਨੇ ਇਸ ਤਰ੍ਹਾਂ ਪਕਾ ਕੇ ਖਵਾਈ। SGPC ਤੇ ਕੰਟਰੋਲ ਕਰਦਾ ਸ਼੍ਰੋਮਣੀ ਅਕਾਲੀ ਦਲ। ਬਿਆਨ ਇਹ ਦਿੱਤਾ ਹੈ ਕਿ ਜੇ ਸਾਨੂੰ ਖਾਲਿਸਤਾਨ ਮਿਲੇਗਾ ਅਸੀਂ ਨਾ ਨਹੀਂ ਕਰਾਂਗੇ। ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੈ ਕਿ ਕਿਸੇ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਮੰਤਰੀ ਸਾਹਿਬਾਨ ਨੇ ਲਿਖ ਕੇ ਦਿੱਤਾ ਹੋਵੇ ਕਿ ਜਿਹੜੇ ਤੁਹਾਡੇ ਆਹ ਸ਼ੰਕੇ ਹੈ ਇਹਨਾਂ ਦਾ ਅਸੀਂ ਆਹ ਸਮਾਧਾਨ ਕਰਦੇ ਹਾਂ। ਲੇਕਿਨ ਉਹ ਤਾਂ ਕਹਿੰਦੇ ਨੇ ਕਿ ਸਰ ਇਹ ਕਾਨੂੰਨ ਨੇ ਜਿਹੜੇ ਉਹ ਰੱਦ ਕੀਤੇ ਜਾਣ। ਨਹੀਂ, ਇਸ ਤਾਂ ਕਦੇ ਵੀ ਨਹੀਂ ਹੋਇਆ ਅੱਜ ਤਾਈਂ। ਹਾਂਜੀ, ਦੇਖੋ ਮੀਟਿੰਗਾਂ ਦੇ ਵਿੱਚ ਅਸੀਂ ਆਪਣਾ ਪੱਖ ਰੱਖ ਦਿੱਤਾ, ਦੇ ਦਿੱਤਾ ਇਨ ਰਾਈਟਿੰਗ। ਜਿਹੜੇ ਕਿਸਾਨ ਆਗੂ ਹੈ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ। ਜਿਹੜੀ ਕੋਈ ਅਗਲੀ ਗੱਲ ਰਹਿ ਗਈ ਉਹ ਗੱਲ ਜਿਹੜੀ ਹੈ ਉਹਦੇ 'ਚ ਕੋਈ ਕਾਨੂੰਨ ਦੇ ਤਿੰਨੇ ਕਾਨੂੰਨ ਲੈ ਲੈਣ। ਜਿੱਥੇ ਲੱਗਦਾ ਹੈ ਕਿ ਇਹਦੇ 'ਚ ਆਹ ਪੁਆਇੰਟ ਜਿਹੜਾ ਹਾਲੇ ਤਾਈਂ ਸਾਨੂੰ ਕਲੀਅਰ ਨਹੀਂ ਹੋਇਆ, ਅਸੀਂ ਉਹਨਾਂ ਨੂੰ ਉਹ ਵੀ ਕਲੀਅਰ ਕਰ ਦਿਆਂਗੇ। ਤੁਹਾਡੀਆਂ ਕਰਨ ਨੂੰ ਤਿਆਰ ਹੈ। ਤੇ ਜੇ ਤੁਸੀਂ ਕਹੋ ਕਿ ਬੰਦੇ ਛੱਡ ਦਿਓ, ਹਾਂਜੀ, ਟੁਕੜੇ ਗੈਂਗ ਵਾਲੇ ਜਾਂ ਮਾਓਵਾਦੀ ਜਾਂ ਫਲਾਣੇ ਜਿਹੇ ਇੰਟੈਲੈਕਚੁਅਲ ਜਿਨ੍ਹਾਂ ਦੇ ਚਾਰजेस ਹੈ, ਤਾਂ ਉਹ ਤਾਂ ਕੋਈ ਵੀ ਐਕਸੈਪਟ ਨਹੀਂ ਕਰੇ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਮੁੱਦੇ ਦੇਖ ਰਹੇ ਸਭੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਦਮਨਪ੍ਰੀਤ ਸਿੰਘ। ਜਿੱਥੇ ਖੇਤੀ ਬਿੱਲ ਨੂੰ ਲੈ ਕੇ ਕਿਸਾਨ ਜਿਹੜੇ ਕਿ ਨੇ ਦਿੱਲੀ ਬਾਰਡਰ ਤੇ ਬੈਠੇ ਨੇ, ਉੱਥੇ ਹੀ ਖੇਤੀ ਬਿੱਲਾਂ ਦੀ ਗੱਲ ਕਰ ਲੈਂਦੇ ਆ। ਸਾਡੇ ਨਾਲ ਇੱਥੇ BJP ਆਗੂ ਮੌਜੂਦ ਨੇ, ਨੈਸ਼ਨਲ ਸਪੋਕਸਮੈਨ ਇਕਬਾਲ ਸਿੰਘ ਲਾਲਪੁਰ ਜੀ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਅਸੀਂ। ਸਰ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਪਹਿਲਾਂ ਸਵਾਗਤ ਹੈ ਤੁਹਾਡਾ ਪ੍ਰਾਈਮ ਮੁੱਦੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਇਹ ਜਿਹੜਾ ਅੰਦੋਲਨ ਹੈ ਕਾਫੀ ਲੰਬਾ ਚੱਲ ਚੁੱਕਾ ਹੈ, ਲੇਕਿਨ ਹਲੇ ਤੱਕ ਜਿਹੜੀ ਸਰਕਾਰ ਹੈ ਮੰਨਣ ਨੂੰ ਨਹੀਂ ਆ ਰਹੀ। ਸਰਕਾਰ ਤਾਂ ਮੰਨਣ ਲਈ ਤਿਆਰ ਬੈਠੀ ਹੈ ਜੀ। ਔਰ ਸਰਕਾਰ ਨੇ ਜਿਹੜੀਆਂ ਸ਼ੰਕੇ ਸੀ, ਭਰਮ ਸੀ, ਉਹਨਾਂ ਨੂੰ ਦੂਰ ਕਰਨ ਵਾਸਤੇ 6 ਦੌਰ ਦੀ ਗੱਲਬਾਤ ਵੀ ਕੀਤੀ ਹੈ। ਔਰ ਉਸ ਤੋਂ ਬਾਅਦ ਜਿੱਥੇ ਸ਼ੰਕੇ ਸੀ, ਐਪਰੀਹੈਂਸ਼ਨ ਸੀ, ਉਹਨਾਂ ਦਾ ਲਿਖ ਕੇ ਨਿਵਾਰਨ ਵੀ ਕਰ ਦਿੱਤਾ ਹੈ। ਲੇਕਿਨ ਸਰ ਹਲੇ ਤੱਕ ਮੀਟਿੰਗਾਂ ਹੀ ਹੋ ਰਹੀਆਂ ਨੇ, ਲੇਕਿਨ ਹੱਲ ਨਹੀਂ ਨਿਕਲ ਰਿਹਾ। ਦੇਖੋ ਮੀਟਿੰਗਾਂ ਦੇ ਵਿੱਚ ਅਸੀਂ ਆਪਣਾ ਪੱਖ ਰੱਖ ਦਿੱਤਾ, ਦੇ ਦਿੱਤਾ ਇਨ ਰਾਈਟਿੰਗ। ਜਿਹੜੇ ਕਿਸਾਨ ਆਗੂ ਹੈ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ। ਜਿਹੜੀ ਕੋਈ ਅਗਲੀ ਗੱਲ ਰਹਿ ਗਈ ਉਹ ਗੱਲ ਜਿਹੜੀ ਹੈ ਉਹਦੇ 'ਚ ਕੋਈ ਕਾਨੂੰਨ ਦੇ ਤਿੰਨੇ ਕਾਨੂੰਨ ਲੈ ਲੈਣ। ਜਿੱਥੇ ਲੱਗਦਾ ਹੈ ਕਿ ਇਹਦੇ 'ਚ ਆਹ ਪੁਆਇੰਟ ਜਿਹੜਾ ਹਾਲੇ ਤਾਈਂ ਸਾਨੂੰ ਕਲੀਅਰ ਨਹੀਂ ਹੋਇਆ, ਅਸੀਂ ਉਹਨਾਂ ਨੂੰ ਉਹ ਵੀ ਕਲੀਅਰ ਕਰ ਦਿਆਂਗੇ। ਲੇਕਿਨ ਉਹ ਤਾਂ ਕਹਿੰਦੇ ਨੇ ਕਿ ਸਰ ਇਹ ਕਾਨੂੰਨ ਨੇ ਜਿਹੜੇ ਉਹ ਰੱਦ ਕੀਤੇ ਜਾਣ। ਨਹੀਂ, ਇਸ ਤਾਂ ਕਦੇ ਵੀ ਨਹੀਂ ਹੋਇਆ ਅੱਜ ਤਾਈਂ। ਹਾਂਜੀ, ਮਾਈ ਵੇ ਔਰ ਹਾਈਵੇ ਇਹ ਕਿਹੜਾ ਸਿਸਟਮ ਹੈਗਾ ਗੱਲਬਾਤ ਦਾ? ਗੱਲਬਾਤ ਤਾਂ ਦੋਵੇਂ ਪਾਸਿਆਂ ਦੀ ਹੁੰਦੀ ਹੈ। ਹਾਂਜੀ, ਤੇ ਕੁਛ ਕਹਿਣਾ ਪੈਂਦਾ ਹੈ, ਕੁਛ ਸੁਣਨਾ ਪੈਂਦਾ ਹੈ। ਤੇ ਇੱਕ ਅਸੀਂ 4 ਕਦਮ ਅੱਗੇ ਚੱਲ ਕੇ ਆਏ ਹਾਂ, 2 ਨਹੀਂ। ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੈ ਕਿ ਕਿਸੇ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਮੰਤਰੀ ਸਾਹਿਬਾਨ ਨੇ ਲਿਖ ਕੇ ਦਿੱਤਾ ਹੋਵੇ ਕਿ ਜਿਹੜੇ ਤੁਹਾਡੇ ਆਹ ਸ਼ੰਕੇ ਹੈ ਇਹਨਾਂ ਦਾ ਅਸੀਂ ਆਹ ਸਮਾਧਾਨ ਕਰਦੇ ਹਾਂ। ਲੇਕਿਨ ਸਰ ਗੱਲ ਕੀਤੀ ਜਾਵੇ, ਉਹਨਾਂ ਦਾ ਕਹਿਣਾ ਇਹੀ ਹੈ ਕਿ ਇਹ ਬਿੱਲ ਜਿਹੜੇ ਨੇ ਉਹ ਸਾਡੇ ਹੱਕ ਦੇ ਨਹੀਂ ਹੈ। ਦੇਖੋ ਕੋਈ ਸੈਕਸ਼ਨ ਆਫ ਦੀ ਪੀਪਲ ਇਹ ਕਵੇ, ਉਹ ਸਾਰੀ ਸੁਸਾਇਟੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ, ਸਾਰੇ ਦੇਸ਼ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਜਿੱਥੇ ਉਹਨਾਂ ਨੂੰ ਲੱਗਦਾ ਕਿ ਇਹ ਬਿੱਲ ਇਸ ਕਰਕੇ ਸਾਡੇ ਹਿੱਤ 'ਚ ਨਹੀਂ, ਉਹ ਸਾਨੂੰ ਦੱਸ ਦੇਣ। ਜਿਹੜੀਆਂ ਸਰਕਾਰਾਂ ਕੇਂਦਰ ਦੇ ਕਾਨੂੰਨ ਜਿਹੜੇ ਕੰਕਰੈਂਟ ਲਿਸਟ ਦੇ ਹੁੰਦੇ ਆ, ਉਹਨਾਂ ਨੇ ਸਰਕਾਰ ਨੇ, ਸਟੇਟ ਨੇ ਨੋਟੀਫਾਈ ਕਰਨੇ ਹੁੰਦੇ ਆ। ਝਗੜੇ ਵਾਲੀ ਤਾਂ ਗੱਲ ਹੀ ਕੋਈ ਨਹੀਂ। ਤੁਸੀਂ ਸੜਕਾਂ 'ਤੇ ਭੱਜਣ ਦੀ ਬਜਾਏ ਇਹਨੂੰ ਨੋਟੀਫਾਈ ਨਾ ਕਰੋ, ਤੁਹਾਨੂੰ ਕੌਣ ਰੋਕਦਾ? ਪਰ ਫਿਰ ਇਹ ਦੇਖੋ ਵੀ ਪੰਜਾਬ ਦੀ ਸੱਚਾਈ ਕੀ ਹੈ ਕਿ ਸਾਰੀ ਪੈਡੀ, ਟੋਟਲ ਪੈਡੀ ਜਿਹੜੀ ਹੈ ਉਹਨੂੰ ਸੈਂਟਰ ਗੌਰਮੈਂਟ ਖਰੀਦਦੀ, FCI ਆ। ਔਰ ਮੰਡੀਆਂ ਅੱਗੇ ਨਾਲੋਂ 100 ਵਧੀਆ ਨੇ। ਅਸੀਂ ਵੀਟ ਵੀ ਅਸੀਂ 100% ਖਰੀਦਦੇ ਹਾਂ। ਇਹ ਤਾਂ ਖਰੀਦ ਤਾਂ ਸੈਂਟਰਲ ਏਜੰਸੀਆਂ ਕਰਦੀਆਂ, ਸਟੇਟ ਵੀ ਸਾਡੀ ਮਦਦ ਕਰਦੀ ਹੈ। ਅਲਟੀਮੇਟਲੀ ਉਹ ਜਿਹੜਾ ਜੋ ਕੁਝ ਵੀ ਖਰੀਦਿਆ ਜਾ ਰਿਹਾ ਉਹ ਕੇਂਦਰ ਦੇ ਪੈਸੇ ਤੇ ਕੇਂਦਰ ਦੇ ਉਹਦੇ ਨਾਲ ਖਰੀਦਿਆ ਜਾ ਰਿਹਾ। ਸੋ ਇਹ ਚੀਜ਼ ਜਿਹੜੀ ਹੈ ਇਹ ਤਾਂ ਸਟੋਰ ਇਹਨਾਂ ਨੇ ਕਰਨਾ, ਪਰਚੇਜ਼ ਇਹ ਕਰਦੇ ਆ। ਖਰੀਦਦਾਰ ਜਿਹੜੀ ਹੈ ਉਹ ਕੇਂਦਰ ਸਰਕਾਰ ਹੈ। ਤੇ ਇਹਨਾਂ 'ਚ ਇੰਨੀ ਹਿੰਮਤ ਹੀ ਹੈ ਨਹੀਂ ਕਿ ਇਹ ਆਪਣੇ ਆਪ ਕਿਸੇ ਕਿਸਾਨ ਨੂੰ ਚੰਗੀ ਕੀਮਤ ਦੇ ਕੇ ਕੋਈ ਵਪਾਰੀ ਲਿਆਉਣ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ 22,100 ਰੁਪਏ ਤੇ ਵੇਚਣ ਪੈਡੀ। ਜੇ ਅਸੀਂ ਸਰਕਾਰ ਦਾ ਰੇਟ ਘੱਟ ਹੈ ਤੇ ਇਹਨਾਂ ਨੂੰ ਉਹਦਾ ਵਧਾਉਣਾ ਚਾਹੀਦਾ।
ਜੇ ਮੱਕੀ ਦਾ ਰੇਟ 1868 ਹੈਗਾ, 60 ਹੈ, ਨਹੀਂ ਕੋਈ ਖਰੀਦਦਾ, ਤੇ ਪੰਜਾਬ ਸਰਕਾਰ ਵਪਾਰੀ ਲਿਆਵੇ। ਇੱਥੇ ਮਾਰਕਫੈਡ ਹੈ, ਇਹ ਕਿਉਂ ਨਹੀਂ ਖਰੀਦਦੀ? ਇੱਥੇ ਵੇਰਕਾ ਆ, ਇਹ ਕਿਉਂ ਨਹੀਂ ਖਰੀਦਦਾ? ਪਿਛਲੇ 6 ਸਾਲ ਜਿਹੜੀ ਹੈ ਮੈਡਮ ਹਰਸਿਮਰਤ ਕੌਰ ਬਾਦਲ ਜਿਹੜੀ ਹੈ, ਸੌਰੀ, ਉਹ ਫੂਡ ਪ੍ਰੋਸੈਸਿੰਗ ਦੇ ਮੰਤਰੀ ਰਹੇ ਆ। ਤੁਸੀਂ ਦੱਸੋ 22 ਜ਼ਿਲ੍ਹਿਆਂ 'ਚ ਉਹਨਾਂ ਨੇ 24 ਕਾਰਖਾਨੇ ਲਵਾ ਦਿੱਤੇ, ਜਾਂ 24 ਕਾਰਖਾਨਿਆਂ ਦੀ ਫੂਡ ਪ੍ਰੋਸੈਸਿੰਗ ਦੀ ਕੋਈ ਪ੍ਰਪੋਜ਼ਲ ਹੈਗੀ ਆ? ਸੋ ਅਸੀਂ ਆਪ ਕੁਛ ਨਾ ਕਰੀਏ ਤੇ ਦੂਜਾ ਜੇ ਕਰੇ ਤੇ ਉਹਦੇ ਖਿਲਾਫ ਖੜੇ ਹੋ ਜਾਈਏ, ਇਹ ਤਾਂ ਕੋਈ ਰਾਜਨੀਤੀ ਦਾ ਢੰਗ ਨਹੀਂ ਹੈਗਾ। ਸਰ ਅਗਰ ਗੱਲ ਕੀਤੀ ਜਾਵੇ ਕਿ ਤੁਸੀਂ ਵੀ ਇੱਕ ਕਿਸਾਨ ਹੋ, ਕਿ ਤੁਹਾਨੂੰ ਲੱਗਦਾ ਇਹ ਬਿੱਲ ਠੀਕ ਹੈ? ਦੇਖੋ, ਇੱਕ ਆਪਸ਼ਨ ਬਣੀ ਹੈ ਕਿ ਤੁਸੀਂ ਬਾਹਰਲਾ ਵਪਾਰੀ ਆ ਕੇ, ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਉਹ ਆ ਰਿਹਾ, ਜੇ ਤੁਹਾਨੂੰ ਲੱਗਦਾ ਕਿ ਮੈਨੂੰ ਚੰਗੇ ਪੈਸੇ ਮਿਲਦੇ ਆ ਔਰ ਮੈਨੂੰ ਕੋਈ ਜਿਹੜੀ ਰਾਈਟ ਪ੍ਰਾਈਸ ਮਿਲੇਗੀ, ਜੇ ਕੰਜ਼ਿਊਮਰ ਨੂੰ ਔਰ ਜਿਹੜਾ ਪ੍ਰੋਡਿਊਸਰ ਹੈ ਉਹਦਾ 50-50 ਹੋ ਜਾਏ ਨਾ ਜੀ, ਤੇ ਮੈਂ ਸਮਝਦਾ ਮੈਂ ਬੜਾ ਖੁਸ਼ ਹੋਵਾਂਗਾ। ਲੇਕਿਨ ਮੇਰਾ ਨਿੰਬੂ ਤਾਂ ਇਸ ਵਾਰੀ ਘਰ ਦੇ ਵਿੱਚ ਸੀ, ਉਹ ਕਹਿੰਦੇ ਬਾਜ਼ਾਰ 'ਚ 40 ਰੁਪਏ ਪਾਈਆ ਆ ਤੇ ਤੁਹਾਡੇ 40 ਰੁਪਏ ਕਿਲੋ ਲੈਣੇ ਆ, ਤੇ ਨਾ ਮੇਰੇ ਪੱਲੇ ਕੁਛ ਰਿਹਾ ਤੇ ਨਾ ਹੀ ਜਿਹੜਾ ਆ ਬਾਇਰ ਆ ਉਹਦੇ ਪੱਲੇ ਕੁਛ ਆ, ਉਹਨੂੰ 120 ਰੁਪਏ ਵੱਧ ਦੇਣੇ ਪੈਂਦੇ ਆ ਤੇ ਮੈਨੂੰ ਮੇਰੀ ਤੁੜਾਈ ਵੀ ਨਹੀਂ ਨਿਕਲਦੀ। ਸਰ ਸਰਕਾਰ ਕਹਿੰਦੀ ਹੈ ਕਿ ਉਹਨਾਂ ਨੂੰ ਕੀਮਤ ਜਿਹੜੀ ਕਿ ਜ਼ਿਆਦਾ ਮਿਲੇਗੀ, ਲੇਕਿਨ ਜੇ ਅਗਰ ਕੀਮਤ ਜ਼ਿਆਦਾ ਮਿਲੇਗੀ ਤਾਂ ਵਿਕੇਗੀ ਵੀ ਜ਼ਿਆਦਾ ਰੇਟ ਤੇ ਉਹ। ਜ਼ਿਆਦਾ ਰੇਟ ਤੇ ਕਿਉਂ ਵਿਕੇਗੀ? ਜ਼ਿਆਦਾ ਰੇਟ ਤਾਂ ਵਿਕ ਰਹੀ ਆ, ਘਟੇਗੀ। ਜਿਹੜੀ ਚੀਜ਼ 40 ਰੁਪਏ ਦੀ ਕਿਸਾਨ ਨੂੰ ਵੇਚ ਰਿਹਾ, ਉਹ ਜਿਹੜਾ ਵਿੱਚੋਂ ਮਿਡਲਮੈਨ ਹੈ ਉਹ ਵੇਚ ਰਿਹਾ 160 ਰੁਪਏ ਕਿਲੋ। ਜੇ ਮੈਨੂੰ 80 ਮਿਲ ਜਾਣਾ ਤਾਂ ਮੈਂ ਛਾਲਾ ਮਾਰਾਂਗਾ, ਤੇ ਜੇ ਮੇਰੇ ਘਰ ਜੇ ਉਹਨਾਂ ਨੂੰ ਵੀ 80 ਮਿਲ ਜਾਣਗੇ ਤੇ ਉਹ ਵੀ ਛਾਲਾ ਮਾਰਨਗੇ। ਇਸੇ ਲਈ ਸਰਕਾਰ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਵੀ ਲਾਇਆ ਕਿ ਪ੍ਰਾਈਸ ਡਬਲ ਤੋਂ ਵੱਧ ਨਹੀਂ ਹੋ ਸਕਦੇ। ਸੋ ਇਹ ਜਿਹੜੀ ਲੁੱਟ ਖਸੁੱਟ ਬੰਦ ਹੋਏਗੀ, ਜਿੱਥੇ 24% ਇੰਟਰਸਟ ਜਾ ਰਿਹਾ ਫਾਰਮਰ ਨੂੰ ਜਾਂ ਗੁੰਮਰਾਹ ਕੀਤਾ ਜਾ ਰਿਹਾ, ਉਹ ਲੋਕਾਂ ਨੂੰ, ਇਹ ਸਾਰਿਆਂ ਨੂੰ ਫਾਇਦਾ ਹੋਣ ਵਾਲਾ ਹੈ ਇਹਦੇ 'ਚ। ਸਰ ਬਾਕੀ ਰਾਜਨੀਤਿਕ ਪਾਰਟੀਆਂ ਦਾ ਇਹ ਕਹਿਣਾ ਹੈ ਕਿ ਇਹ ਜਦੋਂ ਬਿੱਲ ਲਾਗੂ ਕੀਤਾ ਗਿਆ ਉਸ ਟਾਈਮ ਸਾਡੇ ਨਾਲ ਚਰਚਾ ਨਹੀਂ ਕੀਤੀ, ਇਹ ਸਿਰਫ ਲਾਗੂ ਕਰ ਦਿੱਤਾ ਗਿਆ। ਦੇਖੋ, ਝੂਠ ਦੇ ਪੈਰ ਨਹੀਂ ਹੁੰਦੇ। ਉਹਨਾਂ ਨੂੰ ਉਹ ਅਮੈਂਡਮੈਂਟਸ, ਉਹ ਜਿਹੜੀਆਂ ਲੋਕ ਸਭਾ ਦੇ ਵਿੱਚ ਸਾਰੇ ਹੀ ਹਾਜ਼ਰ ਸੀ। ਇੱਕ ਮੈਂਬਰ ਸਾਡਾ ਇੱਥੇ ਆਮ ਆਦਮੀ ਪਾਰਟੀ ਦਾ ਵੀ ਸੀਗਾ, 2 ਮੈਂਬਰ ਅਕਾਲੀ ਦਲ ਦੇ ਵੀ ਸੀ, ਔਰ 8 ਮੈਂਬਰ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਸੀ। ਇਹਨਾਂ ਨੂੰ ਕਹੋ ਜੀ, ਉਹ ਜਿਹੜੀਆਂ ਤੁਹਾਡੇ ਵੱਲੋਂ 11 ਅਮੈਂਡਮੈਂਟਸ ਪੇਸ਼ ਕੀਤੀਆਂ ਗਈਆਂ ਨਾ ਕਾਨੂੰਨ ਦੇ ਬਾਰੇ, ਉਹਦੀ ਕਾਪੀ ਸਾਡੇ ਲੋਕਾਂ 'ਚ ਉਜਾਗਰ ਕਰ ਦੇਣ। ਫਿਰ ਅੱਜ ਕਿਉਂ ਵਿਰੋਧ ਕਰ ਰਹੇ ਨੇ ਉਹ? ਉਹਨਾਂ ਨੂੰ ਜ਼ਮੀਨ ਖਿਸਕ ਗਈ ਪੈਰਾਂ ਥੱਲਿਓ। ਪੋਲੀਟੀਕਲ ਬੰਦਿਆਂ ਨੂੰ ਤਾਂ ਜ਼ਮੀਨ ਹੈ, ਕਿਹਦੇ 'ਤੇ ਹੈ? ਰੌਲਾ ਪਾ ਕੇ, ਐਪਰੀਹੈਂਸ਼ਨ ਪਾ ਕੇ, ਇਹਨਾਂ ਕਰਕੇ ਜ਼ਮੀਨ ਦੇ ਉੱਤੇ ਗੱਲਾਂ ਹੋ ਰਹੀਆਂ ਨੇ, ਸੱਚ ਦੇ ਉੱਤੇ ਤਾਂ ਗੱਲ ਹੀ ਨਹੀਂ ਹੋ ਰਹੀ। ਸਰ ਗੱਲ ਕੀਤੀ ਜਾਵੇ, ਤੁਸੀਂ ਕਹਿ ਰਹੇ ਹੋ ਕਿ ਰਾਜਨੀਤਿਕ ਪਾਰਟੀ ਜਿਹੜੀ ਹੈ ਉਹ ਇਹਦੇ ਉੱਪਰ ਸਿਆਸਤ ਖੇਡ ਰਹੀ ਹੈ, ਲੇਕਿਨ ਬਾਹਰਲੇ ਦੇਸ਼ਾਂ ਦਾ ਕੀ ਇਹਦੇ 'ਚ ਹੈਗਾ? ਦੇਖੋ, ਬਾਹਰਲੇ ਦੇਸ਼ਾਂ ਦਾ ਸਾਡੇ ਦੇਸ਼ ਕਿਸਾਨੀ ਇੱਕ ਅੰਦਰੂਨੀ ਮਸਲਾ ਹੈ, ਕੋਈ ਅੰਤਰਰਾਸ਼ਟਰੀ ਮਸਲਾ ਨਹੀਂ ਹੈਗਾ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕੌਣ ਵਿਅਕਤੀ ਹੈ, ਕਿਉਂ ਪਾਕਿਸਤਾਨ ਇੰਟਰਸਟਿਡ ਹੈ ਸਾਡੀ ਖੇਤੀ ਦੇ ਵਿੱਚ, ਕਿਉਂ ਦੂਜੇ ਲੋਕ ਜਿਹੜੇ ਆ ਇੰਟਰਸਟਿਡ ਆ, ਕੀ ਇਹ ਸਾਡੀ ਏਕਤਾ ਅਤੇ ਅਖੰਡਤਾ ਲਈ ਇਹ ਜ਼ਰੂਰੀ ਚੀਜ਼ ਹੈ? ਕੀ ਲੋਕ ਸਾਡੀ ਏਕਤਾ ਅਤੇ ਅਖੰਡਤਾ ਤੋੜਨਾ ਨਹੀਂ ਚਾਹੁੰਦੇ? ਕੀ ਲੋਕ ਸਾਡਾ ਆਪਸੀ ਭਾਈਚਾਰਾ ਨਹੀਂ ਵਿਗਾੜਨਾ ਚਾਹੁੰਦੇ? ਇਹ ਲੋਕਾਂ ਨੂੰ ਵਿਚਾਰ ਕਰਨ ਵਾਲੀ ਗੱਲ ਹੈ। ਇਹ ਕਿਸਾਨ ਵੀਰਾਂ ਨੂੰ ਸੋਚਣਾ ਚਾਹੀਦਾ ਕਿ ਕੌਣ ਬੰਦਾ ਜਿਹੜਾ ਹੈ ਇਹ ਸਾਡੀ ਇਸ ਤੁਹਾਡੀ ਜਿਹੜੀ ਮੂਵਮੈਂਟ ਦਾ ਫਾਇਦਾ ਉਠਾ ਰਿਹਾ। ਸਰ ਤੁਸੀਂ ਗੱਲ ਕੀਤੀ ਭਾਈਚਾਰੇ ਦੀ, ਅਗਰ ਭਾਈਚਾਰੇ 'ਚ ਗੱਲ ਕੀਤੀ ਜਾਵੇ, ਅਕਾਲੀ ਦਲ ਤੇ ਬੀਜੇਪੀ ਦਾ ਕਾਫੀ ਲੰਬਾ ਜਿਹੜਾ ਇੱਕ ਜੋੜ ਸੀਗਾ, ਲੇਕਿਨ ਉਹ ਟੁੱਟ ਗਿਆ ਕਿਸਾਨੀ ਬਿੱਲ ਨੂੰ ਲੈ ਕੇ। ਕਿਸਾਨੀ ਬਿੱਲ ਨੂੰ ਲੈ ਕੇ ਨਹੀਂ ਟੁੱਟਿਆ, ਖੇਤੀ ਬਿੱਲ ਨੂੰ ਲੈ ਕੇ ਹੀ ਉਹਨਾਂ ਨੇ ਆਪਣਾ ਰਿਜ਼ਾਈਨ ਦਿੱਤਾ ਸਰ, ਉਸ ਤੋਂ ਬਾਅਦ ਹੀ ਇਹ ਪਾਰਟੀਆਂ ਅਲੱਗ ਹੋਈਆਂ। ਉਹਨਾਂ ਨੇ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ, ਜਿਹਦੇ ਤੇ SGPC ਤੇ ਕੰਟਰੋਲ ਕਰਦਾ ਸ਼੍ਰੋਮਣੀ ਅਕਾਲੀ ਦਲ। ਬਿਆਨ ਇਹ ਦਿੱਤਾ ਹੈ ਕਿ ਜੇ ਸਾਨੂੰ ਖਾਲਿਸਤਾਨ ਮਿਲੇਗਾ ਅਸੀਂ ਨਾ ਨਹੀਂ ਕਰਾਂਗੇ। ਗੱਲਾਂ ਉਹ ਹੋ ਰਹੀਆਂ ਨੇ ਜਿਨ੍ਹਾਂ ਦੇ ਨਾਲ ਸਿੱਖਾਂ ਦੀ ਜਿਹੜੀ ਭਾਵਨਾਵਾਂ ਨੂੰ ਭੜਕਾ ਕੇ ਜਿਹੜਾ 100 ਸਾਲਾ ਅਕਾਲੀ ਦਲ ਦਾ ਮਨਾਇਆ ਜਾ ਰਿਹਾ ਨਾ ਸਥਾਪਨਾ ਦਿਵਸ, ਅੱਜ ਇਹ ਹੈ ਵੀ ਅਰਸ਼ ਤੋਂ ਫਰਸ਼ 'ਤੇ ਆ ਗਏ ਆ। ਇਹ ਤਾਂ ਹੁਣ ਲੱਭਦੇ ਫਿਰਦੇ ਫਰਸ਼ 'ਤੇ ਕਿਤੇ ਪੈਰ ਕਿੱਥੇ ਰੱਖੀਏ। ਕੋਈ ਨਾ ਕੋਈ ਆਨਾ ਬਹਾਨਾ ਪੁਰਾਣੇ ਤੀਰ ਕੱਢ ਕੇ ਚਲਾਉਣ ਡਏ ਆ। ਅਤੇ ਇਹ ਦੇਸ਼ ਜਿਹੜਾ ਇਹ ਸਾਰਿਆਂ ਦਾ ਸਾਂਝਾ। ਇੱਥੇ ਪੰਜਾਬੀਅਤ ਦੀ ਗੱਲ ਹੋਣੀ ਚਾਹੀਦੀ ਹੈ।
ਇੱਥੇ ਗੁਰੂ ਨਾਨਕ ਦੇ ਫਲਸਫੇ ਦੀ ਗੱਲ ਹੋਣੀ ਚਾਹੀਦੀ ਹੈ, ਇੱਥੇ ਆਪਸੀ ਭਾਈਚਾਰੇ ਦੀ ਗੱਲ ਹੋਣੀ ਚਾਹੀਦੀ ਸਰ ਹੈ। ਗੱਲ ਕੀਤੀ ਜਾਵੇ ਅਗਰ ਜੇ ਪੰਜਾਬ 'ਚ ਤੇ ਕਾਂਗਰਸ ਦੀ ਸਰਕਾਰ ਹੈ ਲੇਕਿਨ ਹਰਿਆਣਾ 'ਚ ਤੇ ਬੀਜੇਪੀ ਦੀ ਸਰਕਾਰ ਹੈ, ਐਮਪੀ 'ਚ ਬੀਜੇਪੀ ਦੀ ਸਰਕਾਰ ਹੈ, ਯੂਪੀ 'ਚ ਵੀ ਹੈਗੀ, ਉਹ ਵੀ ਵਿਰੋਧ ਕਰ ਰਹੇ ਨੇ ਕਿਸਾਨ। ਦੇਖੋ ਉਹ ਕਿਸਾਨ ਵਿਰੋਧ ਨਹੀਂ ਕਰ ਰਹੇ। ਕੱਲ ਵੀ ਸਾਰੇ ਬੰਦੇ ਜਿਹੜੇ ਆ ਜਾ ਕੇ ਮੰਤਰੀ ਸਾਹਿਬਾਨ ਨੂੰ ਮਿਲ ਕੇ ਆਏ। ਅਸੀਂ ਏ ਦੇ ਬਰਾਬਰ ਬੀ ਨੂੰ ਨਹੀਂ ਖੜਾ ਕਰਨਾ ਚਾਹੁੰਦੇ, ਬੀ ਦੇ ਬਰਾਬਰ ਸੀ ਨੂੰ ਨਹੀਂ ਖੜਾ ਚਾਹੁੰਦੇ। ਜਿੰਨੀਆਂ ਸਾਨੂੰ ਸਾਡੀ ਪਾਰਟੀ ਦੇ ਜਾਂ ਦੂਜੇ ਵਰਕਰ ਆ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਕਾਂਗਰਸ ਜਿਹੜੀ ਹੈ ਨਾ, ਉਹ ਸਾਡੇ ਪਿੰਡਾਂ 'ਚ ਤਾਂ ਕਹਿੰਦੇ ਕਾਂਗਰਸ ਗਰਾਸ, ਉਹ ਜਿਹਦੇ ਕਿਤੇ ਲੱਗ ਜੇ ਨਾ ਇੱਥੇ ਉਹਨੂੰ ਖਾਜ ਹੋ ਜਾਂਦੀ ਹੈ, ਉਹਨੇ ਬਿਮਾਰੀ ਪੈ ਜਾਂਦੀ ਹੈ। ਇਹ ਹਿੰਦੁਸਤਾਨ ਨੂੰ 17 ਸਾਲਾਂ ਤੋਂ ਇਹ ਕਾਂਗਰਸ ਜਿਹੜੀ ਹੈ ਨਾ, ਇਹ ਬਿਮਾਰੀ ਨਾਲ ਇਹਨੇ ਸਾਰਾ ਸਮਾਜ ਹੀ ਬਿਮਾਰ ਕੀਤਾ ਹੋਇਆ। ਉਹਨਾਂ ਨੂੰ ਲੈ ਕੇ ਭੱਜੇ ਫਿਰਦੇ ਆ। ਇਹ ਹੁੱਡਾ ਕਮੇਟੀ ਵੀ ਬਣੀ ਸੀ, ਉੱਥੇ ਹੁੱਡਾ ਕਮੇਟੀ ਦੀ ਵੀ ਰਿਕਮੈਂਡੇਸ਼ਨ ਹੈਗੀ ਹੈ। ਨਹੀਂ ਤਾਂ ਤੁਸੀਂ ਅੱਜ ਦੈਨਿਕ ਜਾਗਰਣ 'ਤੇ ਉਹਨਾਂ ਦਾ ਬਿਆਨ ਹੈਗਾ ਤੋਮਰ ਸਾਹਿਬ ਦਾ, ਮੇਰੇ ਖਿਆਲ ਉਹ ਪੜ੍ਹ ਲਿਓ। ਗੱਲ ਇਹ ਹੈ ਕਿ ਜਿਹੜੀ ਆਪ ਇਹਨਾਂ ਨੇ ਕਿਹਾ 2019 ਦੇ ਵਿੱਚ ਕਿ ਅਸੀਂ ਸਾਡੇ ਇਲੈਕਸ਼ਨ ਮੈਨੀਫੈਸਟੋ ਹੈ, ਅਸੀਂ ਮੰਡੀ ਬਣਾਵਾਂਗੇ, ਓਪਨ ਮੰਡੀ ਕਰਾਂਗੇ, ਉਸ ਤੋਂ ਪਹਿਲਾਂ ਵੀ ਯਤਨ ਕੀਤੇ ਆ ਤੇ ਹੁਣ ਆਪਣੀਆਂ ਗੱਲਾਂ ਤੋਂ ਭੁੱਜੀ ਜਾਂਦੇ ਆ। ਜਿਹੜਾ ਬੰਦਾ ਆਪਣੀ ਜ਼ੁਬਾਨ ਦਾ ਪੱਕਾ ਨਾ ਹੋਵੇ ਉਹਨੂੰ ਤੁਸੀਂ ਕੀ ਕਹੋਗੇ? ਕਹਿੰਦੇ ਸੂਰਬੀਰ ਬਚਨ ਕੇ ਬਲੀ, ਬੰਦਾ ਉਹ ਹੁੰਦਾ ਜਿਹੜਾ ਆਪਣੀ ਜ਼ੁਬਾਨ ਦਾ ਪੱਕਾ ਹੋਵੇ। ਸਰ ਗੱਲ ਕੀਤੀ ਜਾਵੇ ਮੀਟਿੰਗਾਂ ਹੋ ਰਹੀਆਂ ਨੇ ਲੇਕਿਨ ਉਸ 'ਚ ਸਿਰਫ ਮੰਤਰੀ ਹੀ ਬੈਠ ਰਹੇ ਨੇ, ਜਿਹੜੇ ਡਿਸੀਜਨ ਮੇਕਰ ਅਮਿਤ ਸ਼ਾਹ ਜੀ ਨੇ ਜਾਂ ਮੋਦੀ ਨੇ ਉਹ ਕਿਉਂ ਨਹੀਂ ਬੈਠ ਰਹੇ? ਦੇਖੋ ਅਮਿਤ ਸ਼ਾਹ ਜੀ ਨਾਲ ਇਹਨਾਂ ਦੀ 2 ਵਾਰੀ ਗੱਲਬਾਤ ਹੋ ਗਈ। ਉਹ ਤੇ ਕਹਿੰਦੇ ਨੇ ਕਿ ਜੇ ਬੰਦ ਦਾ ਕਾਲ ਸੀਗਾ ਇਸ ਕਰਕੇ ਇੱਕ ਦਿਨ ਪਹਿਲਾਂ ਉਹਨਾਂ ਨੂੰ ਮਿਲੇ ਜੀ। ਦੇਖੋ ਉਹਨਾਂ ਨੇ ਇੱਕ ਅਗਲੀ, ਦੇਖੋ ਇਹ ਬਦਕਿਸਮਤੀ ਰਹੀ। ਜਦੋਂ ਤੋਂ ਨੈਗੋਸੀਏਸ਼ਨ ਸ਼ੁਰੂ ਹੋਈ, ਜਦੋਂ ਵੀ ਗੱਲ ਹੁੰਦੀ ਆ ਉਸ ਗੱਲ ਨੂੰ ਤੋੜਨ ਲਈ ਗੱਲ ਕੀਤੀ ਜਾਂਦੀ ਹੈ। ਇਹ ਕਿਹਾ ਕਿ ਸੈਕਟਰੀ ਸਾਹਿਬ ਨਾਲ ਸਾਡੀ ਚੰਗੇ ਮਾਹੌਲ 'ਚ ਗੱਲ ਹੋਈ, ਉਸ ਤੋਂ ਬਾਅਦ ਕਿਹਾ ਕਿ ਅਸੀਂ ਜੀ ਮੰਤਰੀ ਨਾਲ ਗੱਲ ਕਰਨੀ ਹੈ। ਮੰਤਰੀ ਸਮੂਹ ਨਾਲ ਗੱਲਾਂ ਹੋਈਆਂ, ਰਿਕਾਰਡਡ ਗੱਲਾਂ ਨੇ। ਫਿਰ ਜਿੰਨੀ ਵਾਰੀ ਗੱਲ ਹੋਈ ਇੱਕ ਐਜੀਟੇਸ਼ਨ ਦਾ ਰੂਪ ਅਗਲਾ ਅਨਾਊਂਸ ਕਰਤਾ ਗਿਆ। ਇਹ ਕੋਈ ਜਿਹੜਾ ਨਾ, ਇਹ ਮੈਂ ਸਮਝਦਾ ਇਹਨਾਂ ਨੂੰ ਇਹ ਐਜੀਟੇਸ਼ਨ ਅਨਾਊਂਸ ਕਰਨ ਨਾਲੋਂ ਬਿਹਤਰ ਹੈ ਮੁੱਦਿਆਂ ਦੀ ਗੱਲ ਕਰਨ, ਇਹਨਾਂ ਦੇ ਨਾਲ ਆਪ ਲੈ ਕੇ ਆਉਣ, ਇੱਕ ਇੱਕ ਪੁਆਇੰਟ ਦੱਸਣ ਜਿਸ ਪੁਆਇੰਟ 'ਤੇ ਇਹਨਾਂ ਨੂੰ ਸ਼ੰਕਾ ਹੈ, ਸ਼ੰਕੇ ਨਿਵਾਰਨ ਹੋ ਸਕਦੇ ਆ, ਗਲਤੀ ਦਾ ਸੁਧਾਰ ਹੋ ਸਕਦਾ। ਅਸੀਂ ਇਹਨਾਂ ਦਾ ਹਰ ਸ਼ੰਕਾ ਨਿਵਾਰਨ ਦੀ ਗੱਲ ਕੀਤੀ ਹੈ। ਜੇ ਸਾਡੀ ਵੀ ਕੋਈ ਗਲਤੀ ਹੋਏਗੀ ਤੇ ਅਸੀਂ ਵੀ ਸੁਧਾਰਾਂਗੇ। ਇੱਕ ਗੱਲ। ਦੂਜੀ ਗੱਲ ਹੈ 19-21 ਦਾ ਫਰਕ ਹੁੰਦਾ। ਜੇ ਅਸੀਂ ਸਮਝਦੇ ਹਾਂ ਵੀ ਇਸ ਮਾਹੌਲ ਨੂੰ ਠੀਕ ਕਰਨ ਲਈ ਕੋਈ ਕਦਮ ਇੱਕ ਪੈਰ ਪਿੱਛੇ ਹਟਣਾ ਪਏਗਾ ਤੇ ਉਹ ਵੀ ਅਸੀਂ ਜਿਹੜੇ ਆ ਅੱਗੇ ਵੱਧ ਕੇ ਆਏ ਆ ਤੇ ਲਿਖ ਕੇ ਦਿੱਤਾ ਹੈ ਕਿ ਆਹ ਗੱਲਾਂ ਸਾਡੀਆਂ ਅਸੀਂ ਤੁਹਾਡੀਆਂ ਕਰਨ ਨੂੰ ਤਿਆਰ ਹਾਂ। ਤੇ ਜੇ ਤੁਸੀਂ ਕਹੋ ਕਿ ਬੰਦੇ ਛੱਡ ਦਿਓ, ਹਾਂਜੀ, ਟੁਕੜੇ ਗੈਂਗ ਵਾਲੇ ਜਾਂ ਮਾਓਵਾਦੀ ਜਾਂ ਫਲਾਣੇ ਜਿਹੇ ਇੰਟੈਲੈਕਚੁਅਲ ਜਿਨ੍ਹਾਂ ਦੇ ਚਾਰजेस ਹੈ, ਤਾਂ ਉਹ ਤਾਂ ਕੋਈ ਵੀ ਐਕਸੈਪਟ ਨਹੀਂ ਕਰੇਗਾ। ਸਰ ਇੱਕ ਤੁਸੀਂ ਸਮਝਾਉਣ ਦੀ ਗੱਲ ਕੀਤੀ, ਇੰਨੇ ਸਮੇਂ ਬਾਅਦ ਕਿਉਂ ਸਮਝਾਉਣਾ ਜਾ ਰਿਹਾ, ਹਲ ਇਸ ਸਮੇਂ ਕਿਉਂ ਸਮਝਾਇਆ ਜਾ ਰਿਹਾ? ਗੱਲ ਇਹ ਹੈ ਜਦੋਂ ਵੀ ਕੋਈ ਜਿਹੜਾ ਲਾਅ ਹੈ ਨਾ, ਇਜ਼ ਫਾਰ ਦੀ ਨੌਲੇਜ ਆਫ ਦਾ ਪੀਪਲ। ਲਾਅ ਬਣ ਗਿਆ, ਹਰ ਇੱਕ ਨੂੰ ਕਾਪੀ ਲੈ ਕੇ ਪੜ੍ਹਨੀ ਚਾਹੀਦੀ ਹੈ। ਸਾਨੂੰ ਵੀ, ਅਸੀਂ ਵੀ ਬੈਠੇ ਹਾਂ, ਇਹਨੂੰ 10 ਵਾਰੀ ਪੜ੍ਹੀਦਾ, ਹਾਲੇ ਵੀ ਕਰੀਦਾ, ਕੋਸ਼ਿਸ਼ ਕਰੀਦਾ ਯਾਰ ਕੋਈ। ਮੈਂ ਵੀ ਇੱਕ ਜ਼ਿਮੀਂਦਾਰ ਹਾਂ, ਮੈਂ ਕਿਹਾ ਮੈਂ ਫੇਸ ਕਰਾਂ, ਮੈਨੂੰ ਬਹੁਤ ਸਾਰੇ ਲੋਕਾਂ ਦੇ ਟੈਲੀਫੋਨ ਆਏ, ਤੁਸੀਂ ਦੱਸੋ, ਮੈਂ ਕਿਹਾ ਪੜ੍ਹ ਲੈਣ ਦਿਓ। ਮੈਂ ਤਾਂ ਉਸੇ ਦਿਨ ਹੀ ਲਿਆ ਕੇ ਕਾਪੀਆਂ ਜਿਹੜੀਆਂ ਇਹਦੀਆਂ ਪੜ੍ਹੀਆਂ, ਇੱਕ ਅੱਖਰ 10-10 ਵਾਰੀ ਪੜ੍ਹਿਆ। ਤੇ ਜੇ ਮੈਨੂੰ ਲੱਗਦਾ ਕਿ ਇਹਦੇ 'ਚ ਆਹ ਗਲਤੀ ਹੈ ਤੇ ਮੈਂ ਜ਼ਰੂਰ ਉਹਦੇ ਬਾਰੇ ਉਹਨਾਂ ਨਾਲ ਗੱਲ ਕਰਦਾ। ਜਦੋਂ ਇੱਕ ਲੈਟਰ ਦੇ ਵਿੱਚ ਮੈਂ ਜਦੋਂ ਇਹਨਾਂ ਨੂੰ 2 ਅਗਸਤ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤੋਮਰ ਸਾਹਿਬ ਨੇ ਲਿਖ ਕੇ ਦੇ ਦਿੱਤਾ ਕਿ ਆਹ ਲਓ ਭਾਈ, ਤੇਰੇ ਜਿਹੜੇ ਸ਼ੰਕੇ ਨਿਰਮੂਲ ਹੈ, MSP ਜਾਰੀ ਰਹੇਗੀ, ਮੰਡੀਆਂ ਵੀ ਜਾਰੀ ਰਹਿਣਗੀਆਂ, ਫਿਰ ਤਾਂ ਕੋਈ ਰੌਲਾ ਨਹੀਂ ਸੀ ਰਹਿ ਗਿਆ। ਸਰ ਗੱਲ ਕੀਤੀ ਜਾਵੇ, ਜੇ ਸਮਝਾਉਣ ਦੀ ਗੱਲ ਕੀਤੀ ਹੈ ਤੁਸੀਂ ਕਿ ਹੁਣ ਸਮਝਣ ਲਈ ਇੰਨਾ ਸਮੇਂ ਕਿਉਂ ਦਿੱਤਾ ਜਾ ਰਿਹਾ, ਇੰਨਾ ਸਮੇਂ ਕਿਉਂ ਲਿੱਤਾ ਗਿਆ ਇਹਨੂੰ? ਨਹੀਂ, ਅਸੀਂ ਤਾਂ ਦੇਖੋ ਸਮਝਾਉਣ ਦੀ ਪੂਰਾ ਯਤਨ ਹੈਗਾ, ਹਰ ਇੱਕ ਕੋਲ ਜਾਵਾਂਗੇ, ਉਹਨਾਂ ਨਾਲ ਗੱਲ ਕਰਾਂਗੇ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਆ। ਜਦੋਂ ਪਤਾ ਹੈ ਕਿ ਸਰ ਇਹਨਾਂ ਵਿਰੋਧ ਹੋ ਰਿਹਾ ਹੈ, ਸਟਾਰਟਿੰਗ ਤੋਂ ਹੀ ਵਿਰੋਧ, 4 ਮਹੀਨੇ ਹੋ ਗਏ ਵਿਰੋਧ ਕਰ ਰਹੇ ਨੇ, MSP ਦਾ ਜਾ ਕੇ ਧਰਨਾ ਪ੍ਰਦਰਸ਼ਨ ਕਰਕੇ DC ਆਫਿਸ ਦਾ ਮੈਮੋਰੈਂਡਮ ਦੇ ਰਹੇ ਨੇ, ਲੇਕਿਨ ਹਾਲੇ ਤੱਕ ਜਿਹੜਾ ਸਰਕਾਰ ਤੋਂ ਨਹੀਂ ਗੱਲ ਹੋਈ ਸੀ। ਹੁਣ ਜਦੋਂ ਉਹ ਬੈਠ ਕੇ ਦਿੱਲੀ ਜਾ ਕੇ, ਤਦੋਂ ਹੁਣ ਸਰਕਾਰਾਂ ਆਪਣੀ ਕਲੈਰੀਫਿਕੇਸ਼ਨ ਦੇ ਰਹੀ ਹੈ, ਕਲੈਰੀਫਾਈ ਕਰ ਰਹੀ ਹੈ, ਇਸ ਬਿੱਲ ਨੂੰ ਸਮਝਾ ਰਹੀ ਹੈ। ਪੰਜਾਬ ਦੇ ਵਿੱਚ ਇਹ ਐਜੀਟੇਸ਼ਨ ਸ਼ੁਰੂ ਹੋਈ ਜੋ ਇਤਿਹਾਸ ਹੈ। ਮੁੱਖ ਮੰਤਰੀ ਸਾਹਿਬ ਆਪ ਸੜਕਾਂ 'ਤੇ ਤੁਰੇ ਫਿਰਦੇ ਰਹੇ ਵੀ ਇਹ ਤਾਂ ਬੜਾ ਗਲਤ ਹੋ ਗਿਆ ਕੰਮ। ਉਹਨਾਂ ਨੇ ਫਟਾਫਟ ਇਹਨਾਂ ਅਸੈਂਬਲੀ ਬੁਲਾ ਕੇ ਇੱਕ ਉਹ ਨਵਾਂ ਸ਼ਗੂਫਾ ਖੜਾ ਕਰ ਦਿੱਤਾ। ਗੱਲ ਇਹ ਹੈ ਕਿ ਕੀ ਮੁੱਖ ਮੰਤਰੀ ਸਾਹਿਬ ਜਾਂ ਇਹਨਾਂ ਜਿਹੜੇ ਆਪ ਹੀ ਐਗਰੀਕਲਚਰ ਮਿਨਿਸਟਰ ਹੈ, ਕੀ ਇਹਨਾਂ ਨੇ ਸਾਰੇ ਮੈਮੋਰੈਂਡਮ ਇਕੱਠੇ ਕੀਤੇ?
ਕੀ ਇਹਨਾਂ ਦੇ ਪ੍ਰਧਾਨ ਮੰਤਰੀ ਜੀ ਤੋਂ ਸਮਾਂ ਲਿਆ ਔਰ ਜਾ ਕੇ ਉਹਨਾਂ ਨਾਲ ਵਿਚਾਰ ਕੀਤਾ ਅਸੈਂਬਲੀ 'ਚ ਭੱਜਣ 'ਤੇ ਜਾਂ ਸੜਕਾਂ 'ਤੇ ਘੁੰਮਣ ਤੋਂ ਪਹਿਲਾਂ? ਕੁਛ ਨਹੀਂ ਕੀਤਾ। ਉਹ ਵੀ ਸੋਚਦੇ ਆ ਕਿ ਮੇਰੀ ਜਿਹੜੀ ਰਾਜਨੀਤੀ ਆ ਝੂਠ 'ਤੇ ਚੱਲਦੀ ਆ। ਅੱਗੇ ਮੈਂ ਗੁਟਕਾ ਸਾਹਿਬ ਫੜ ਕੇ ਦਮਦਮਾ ਸਾਹਿਬ ਕਹਿ ਦਿੱਤਾ ਸੀ ਮੈਂ ਸਾਰੇ ਕਰਜ਼ੇ ਮਾफ़ ਕਰਾਂਗਾ। ਅੱਜ ਵੀ ਮੈਂ ਅਖਬਾਰ ਪੜ੍ਹ ਰਿਹਾ ਸੀ, ਉਹਦੇ 'ਚ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ, ਅਜੀਤ ਦੇ 3 ਨੰਬਰ ਪੇਜ 'ਤੇ ਹੈਗਾ, ਫੋਟੋ ਲੱਗੀ ਹੋਈ ਆ। ਸੋ ਗੱਲਾਂ ਕਰਨੀਆਂ ਬੜਾ ਸੌਖਾ ਕੰਮ ਹੁੰਦਾ। ਇੱਥੇ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ, ਲੋਕਾਂ ਨੂੰ ਡਰਾਇਆ ਜਾ ਰਿਹਾ ਤੇ ਭਰਮ ਪੈਦਾ ਕੀਤਾ ਜਾ ਰਿਹਾ। ਇਹਦੇ ਨਾਲ ਜਿਹੜੀ ਆ ਸਥਿਤੀ ਖਰਾਬ ਹੋਈ ਹੈ ਔਰ ਲੋਕ ਜਿਹੜੇ ਆ ਹੌਲੀ ਹੌਲੀ ਆਪਣੇ ਆਪ ਸਮਝ ਜਾਣਗੇ। ਸਰ ਕੀ ਲੱਗਦਾ ਕਿ ਸਰਕਾਰ ਨੂੰ ਇਦਾਂ ਲੱਗ ਰਿਹਾ ਕਿ ਥੋੜੇ ਦਿਨ ਬੈਠ ਕੇ ਜਿਹੜੇ ਕਿਸਾਨ ਉੱਠ ਕੇ ਚਲੇ ਜਾਣਗੇ? ਅਸੀਂ ਕਿਸੇ ਨੂੰ ਨਾ ਪਠਾਣ ਲਈ ਆਏ ਸੀ, ਨਾ ਅਸੀਂ ਇਹੀ ਮਕਸਦ ਹੈ ਕਿ ਅਸੀਂ ਕਿਸੇ ਨੂੰ ਟਾਇਰ ਆਊਟ ਕਰਨਾ। ਸਾਡਾ ਮਕਸਦ ਹੈ ਗੱਲਬਾਤ ਰਾਹੀਂ ਮਸਲਾ ਹੱਲ ਕਰੀਏ ਔਰ ਉਹਨਾਂ ਨੂੰ ਅਸੀਂ ਜਿਹੜੀਆਂ ਉਹਨਾਂ ਦੀ ਐਪਰੀਹੈਂਸ਼ਨਸ ਹੈਗੀਆਂ ਉਹਨਾਂ ਨੂੰ ਦੂਰ ਕਰੀਏ। ਲੇਕਿਨ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ। ਜੇ ਤੁਸੀਂ ਇਹ ਕਹੋਗੇ ਜੋ ਮੈਂ ਕਹਿੰਦਾ ਉਹ ਹੋਣਾ ਚਾਹੀਦਾ, ਫਿਰ ਤਾਂ ਅੱਜ ਤੱਕ ਘਰ 'ਚ ਰੋਟੀ ਨਹੀਂ ਕਿਸੇ ਨੇ ਇਸ ਤਰ੍ਹਾਂ ਪਕਾ ਕੇ ਖਵਾਈ। ਸਰ ਇਹ ਨਹੀਂ ਲੱਗਦਾ ਕਿ ਦਿਨ ਤੋਂ ਦਿਨ ਜਿਹੜਾ ਕਿ ਸੰਘਰਸ਼ ਹੈ ਉਹ ਕਾਫੀ ਲੰਬਾ ਚੱਲੀ ਜਾ ਰਿਹਾ ਹੈ ਔਰ ਇਹਦੇ ਨਾਲ ਕੁਝ ਲੋਕ ਹੋਰ ਜੁੜੀ ਜਾ ਰਹੇ ਨੇ? ਦੇਖੋ ਲੋਕ ਇਹਨਾਂ ਤੋਂ ਟੁੱਟ ਰਹੇ ਆ। ਬਹੁਤ ਸਾਰੇ ਭਾਨੂ ਜੀ ਦੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਉਹ ਵੱਖਰੀ ਹੋ ਗਈ ਹੈ। ਦੇ ਨੈਸ਼ਨਲ ਲੈਵਲ 'ਤੇ ਬਹੁਤ ਸਾਰੀਆਂ ਕਿਸਾਨ ਯੂਨੀਅਨ ਖੁੱਲ੍ਹ ਕੇ ਇਹਨਾਂ ਦੇ ਵਿਰੋਧ ਦੇ ਵਿੱਚ ਆਈਆਂ, ਸਰਕਾਰ ਦੇ ਹੱਕ 'ਚ ਆਈਆਂ ਨੇ। ਸਰ ਜਦੋਂ ਜਿਹੜੇ ਝੂਠ ਦਾ ਜਿਹੜਾ ਧੂਏ ਦਾ ਜਿਹੜਾ ਨਾ ਪਹਾੜ ਹਨੇਰਾ ਇਹ ਬਹੁਤੀ ਦੇਰ ਨਹੀਂ ਚੱਲਦਾ ਹੁੰਦਾ। ਇਹ ਐਪਰੀਹੈਂਸ਼ਨਸ ਹੈਗੀਆਂ, ਅਸੀਂ ਲਿਖ ਕੇ ਦੇ ਦਿੱਤਾ, ਇਸ ਤੋਂ ਬਾਅਦ ਕੀ ਹੋ ਸਕਦਾ? ਸਰ ਇੱਕ ਟੁੱਟਣ ਦੀ ਗੱਲ ਕੀਤੀ ਤੁਸੀਂ ਕਿ ਟੁੱਟ ਰਹੀ ਹੈ, ਲੇਕਿਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਰਕਾਰ ਨੇ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੀ ਜਥੇਬੰਦੀ ਹੈ ਜਿਹੜੀ ਟੁੱਟ ਜਾਣ। ਨਹੀਂ ਸਾਡਾ ਕੋਈ ਮਕਸਦ ਨਹੀਂ। ਜਿਹੜਾ ਸਮਝੀ ਜਾਏਗਾ ਉਹ ਆਪਣੇ ਪਿੱਛੇ ਹਟੀ ਜਾਏਗਾ। ਸਰ ਇੱਕ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਿਹਾ ਹੈ ਕਿ ਜਿਹੜਾ ਕਿ ਮੈਂ ਪਦਮ ਭੂਸ਼ਣ ਹੈ ਉਹ ਵਾਪਸ ਕਰ ਰਹੇ ਹਾਂ। ਇਹ ਉਹਨਾਂ ਦਾ ਜਾਤੀ ਫੈਸਲਾ ਆ, ਬਜ਼ੁਰਗ ਆਦਮੀ ਆ। ਹਾਂਜੀ, ਕਿ ਉਹ ਵਿਅਕਤੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜ਼ਿੰਮੇਵਾਰ ਹੋਵੇ ਐਜ਼ ਮੁੱਖ ਮੰਤਰੀ, ਉਹ ਜਿਹੜਾ ਪੰਥ ਰਤਨ ਬਣ ਸਕਦਾ? ਹਾਂਜੀ, ਉਹਨਾਂ ਨੂੰ ਤਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਉਹਨਾਂ ਦੀ ਪੰਜਾਬ ਲਈ ਕੰਟਰੀਬਿਊਸ਼ਨ ਕੀ ਸੀ, ਪੰਜਾਬ ਲਈ ਉਹਨਾਂ ਨੇ ਕੀਤਾ ਕੀ ਹੈ? ਲੈਂਡ ਮਾਫੀਆ, ਕੇਬਲ ਮਾਫੀਆ, ਤੁਹਾਡਾ ਮਾਈਨਿੰਗ ਮਾਫੀਆ, ਤੁਹਾਡਾ ਸ਼ਰਾਬ ਮਾਫੀਆ, ਇਹਨਾਂ ਸਾਰੇ ਮਾਫੀਆਂ ਦੇ ਪਿੱਛੇ ਜਿਹੜਾ ਡਰੱਗ ਮਾਫੀਆ ਕਿਹਨਾਂ ਦੇ ਨਾਂ ਚਰਚੇ 'ਚ ਹੈ। ਕਿ ਇੱਕ ਪੰਥਕ ਆਗੂ ਤੋਂ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦੀ, ਜੇ ਮੈਂ ਕਿਸੇ ਨੂੰ ਲੀਡ ਕਰ ਰਿਹਾ ਔਰ ਮੈਂ ਉਸ ਗੱਲ ਦੀ ਜ਼ਿੰਮੇਵਾਰੀ ਨਾ ਲਵਾਂ ਤੇ ਫਿਰ ਮੇਰਾ ਜਿਹੜਾ ਹੈ ਨਾ ਮੇਰੀ ਉਹ ਲੀਡਰਸ਼ਿਪ ਬੇਕਾਰ ਹੈਗੀ ਹੈ। ਉਹਨਾਂ ਨੂੰ ਇਹਦੇ ਬਾਰੇ ਆਪ ਹੀ ਉਹ ਜ਼ਿੰਮੇਵਾਰ ਹੈ ਕਿ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਤੇ ਕੀ ਇਹਨਾਂ ਗੱਲਾਂ ਨਾਲ ਪੰਜਾਬੀ ਉਹਨਾਂ ਨੂੰ ਸਾਰੀਆਂ ਗੱਲਾਂ ਮਾਫ ਕਰ ਦੇਣਗੇ। ਸਰ ਇੱਕ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਇਹਨਾਂ ਨੂੰ ਕੋਈ ਖਾਲਿਸਤਾਨੀ ਦਾ ਨਾਮ ਦੇ ਰਿਹਾ, ਕੋਈ ਆਤੰਕਵਾਦੀ ਦਾ ਨਾਮ ਦੇ ਰਿਹਾ, ਲੇਕਿਨ ਉਹ ਨਹੀਂ ਹੈ। ਅਸੀਂ ਨਾ ਕਿਸੇ ਨੂੰ ਖਾਲਿਸਤਾਨੀ ਕਹਿੰਦੇ ਆ, ਨਾ ਅਸੀਂ ਕਿਸੇ ਨੂੰ ਦੂਜਾ ਕਹਿੰਦੇ ਆ। ਜਿਹੜਾ ਰਵਨੀਤ ਬਿੱਟੂ ਜੀ ਨੇ ਇੱਕ ਵੀਡੀਓ ਪਾਈ ਸੀ, ਇੱਕ ਉਹ ਸੁਣ ਲਓ। ਦੂਜਾ ਮੁੱਖ ਮੰਤਰੀ ਸਾਹਿਬ ਜਿਸ ਦਿਨ ਅਮਿਤ ਸ਼ਾਹ ਜੀ ਨੂੰ ਮਿਲੇ ਸੀ, ਉਹਨਾਂ ਨੇ ਕੀ ਗੱਲ ਕੀਤੀ ਕਿ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੇ ਦੂਜੇ ਲੋਕ ਬਿਲਕੁਲ ਉਹ ਕਹਿ ਰਹੇ ਨੇ ਉਹਨਾਂ ਦੀ ਇੰਟੈਲੀਜੈਂਸ ਬਹੁਤ ਅੱਛੀ ਹੋਏਗੀ। ਕੱਲ ਰਕੇਸ਼ ਟਕੇਤ ਹੋਰਾਂ ਦਾ ਗਰੁੱਪ ਇੱਕ ਬੰਦੇ ਨੂੰ ਇਸ ਕਰਕੇ ਕੁੱਟ ਰਿਹਾ ਸੀ ਕਿ ਟੁਕੜੇ ਗੈਂਗ ਵਾਲਾ ਵਿੱਚ ਆ ਗਿਆ। ਇਹ ਤਾਂ ਤੁਸੀਂ ਜਿਹੜੀ ਆ ਪ੍ਰਤੱਖ ਜਿਹੜਾ ਆ ਉਹਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇਹ ਆਪ ਹੀ ਤੁਸੀਂ ਵੇਖ ਲਓ ਵੀ ਕੀ ਉੱਥੇ ਹੋ ਰਿਹਾ ਤੇ ਕਿਉਂ ਕਈਆਂ ਨੂੰ ਸਟੇਜਾਂ 'ਤੇ ਨਹੀਂ ਚੜ੍ਹਨ ਦਿੱਤਾ ਜਾ ਰਿਹਾ, ਕਈ ਰੌਲਾ ਪਾ ਰਹੇ ਆ। ਹੁਣ ਹਰ ਬੰਦੇ ਦੀ ਆਪਣੀ ਸੋਚ ਹੈ, ਆਪਣੀ ਅਪਰੋਚ ਹੈ ਕਿ ਮੈਨੂੰ ਕਿੱਥੋਂ ਲਾਭ ਮਿਲਦਾ, ਮੈਨੂੰ ਕੀ ਕਰਨਾ ਚਾਹੀਦਾ। ਸਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਇਹ ਬਿੱਲ ਤੇ ਮੈਂ ਅੱਜ ਰੱਦ ਕਰਦਾ, ਲੇਕਿਨ ਇਹ ਅਡਾਨੀ ਅੰਬਾਨੀ ਉਹਨਾਂ ਨੂੰ ਕੀ ਜਵਾਬ ਦਊਂਗਾ? ਐਕਟ ਦੇ ਵਿੱਚ ਜੇ ਕਿਤੇ ਵੀ ਕਾਰਪੋਰੇਟ ਸ਼ਬਦ ਆਇਆ ਹੋਵੇ, ਜੇ ਕਿਤੇ ਵੀ ਅਡਾਨੀ ਅੰਬਾਨੀ ਦਾ ਨਾਂ ਆਇਆ ਹੋਵੇ ਤੇ ਮੈਂ ਰਾਜਨੀਤੀ ਛੱਡ ਕੇ ਘਰ ਬਹਿ ਜਾਵਾਂਗਾ। ਫਿਰ ਕਿਸਾਨ ਕਿਉਂ ਸਰ ਅਡਾਨੀ ਅੰਬਾਨੀ ਤੋਂ ਬਾਈਕਾਟ ਕਰ ਰਹੇ ਨੇ? ਲੋਕਾਂ ਨੇ ਭਰਮ ਪੈਦਾ ਕੀਤਾ ਜਾ ਰਿਹਾ, ਹਰ ਗੱਲ 'ਚ ਭਰਮ ਪੈਦਾ ਕੀਤਾ ਜਾ ਰਿਹਾ, ਕਲਪਨਾਵਾਂ ਕੀਤੀਆਂ ਜਾ ਰਹੀਆਂ। ਆਪ ਜਦੋਂ ਇਹ ਗੱਲ ਕਰਦੇ ਆ ਅਡਾਨੀ ਅੰਬਾਨੀ ਨਾਲ, ਜਦੋਂ ਸੁਖਬੀਰ ਜੀ ਨੇ ਮੋਗੇ ਉਹਨਾਂ ਦਾ ਗਡਾਊਨ ਬਣਾ ਕੇ ਦਿੱਤਾ ਅਡਾਨੀ ਜੀ ਦਾ, ਇਹਨਾਂ ਨੇ ਕਿਸੇ ਨੂੰ ਪੁੱਛਿਆ ਕਿ ਕਿੰਨਾ ਕੁ ਨੁਕਸਾਨ ਹੋ ਗਿਆ? ਕੱਲ ਇਲੈਕਟ੍ਰਿਸਿਟੀ ਵਾਸਤੇ ਜਿਹੜੀ ਗੱਲ ਕੈਪਟਨ ਸਾਹਿਬ ਉਹਨਾਂ ਨਾਲ ਗੱਲ ਕਰ ਰਹੇ ਸੀ, ਉਦੋਂ ਇਹ ਇੱਥੇ ਟਵੀਟ ਹੈਗਾ, ਲੋਕਾਂ ਨੇ ਸਾਰਾ ਸਰਕੂਲੇਟ ਹੋਇਆ ਕਿ ਜੀ ਇਹਨਾਂ ਨੇ ਉਹਨਾਂ ਨੂੰ ਮਨਾ ਕਰਕੇ ਅਡਾਨੀ ਅੰਬਾਨੀ ਨੂੰ ਬੜਾ ਨੁਕਸਾਨ ਕੀਤਾ ਪੰਜਾਬ ਦਾ।
ਇਹ ਹੁਣ ਜੇ ਤਾਂ ਕੋਈ ਬਿਜ਼ਨਸ ਦੇ ਵਿੱਚ ਇਹ ਗੱਲ ਕਰਨ ਫਿਰ ਇਹ ਦੁੱਧ ਧੋਤੇ ਤੇ ਸਾਡੇ ਤੇ ਐਵੇਂ ਇਲਜ਼ਾਮ ਲਾਈ ਜਾ ਰਹੇ। ਅਸੀਂ ਤਾਂ ਕੋਈ ਐਗਰੀਮੈਂਟ ਅਡਾਨੀ ਅਬਾਨੀ ਨਾਲ ਕਿਸਾਨੀ ਦਾ ਨਹੀਂ ਕੀਤਾ। ਪੰਜਾਬ ਦੀ ਕਿਸਾਨੀ ਦਾ ਇੱਥੇ ਨੈਸਲੇ ਵਾਲੇ ਆ, ਇਹ ਦੇਖ ਲਓ ਕਿਹਦੀ ਕੰਪਨੀ ਹੈ। ਪੈਪਸੀ ਦੇਖੋ ਇਹ ਕਿਹਦੀ ਕੰਪਨੀ ਹੈ। ਪੈਪਸੀ ਆਈ ਸੀ ਪੰਜਾਬ ਦੇ ਵਿੱਚ, ਇਹ ਦੋਵੇਂ ਆ। ਤੇ ਪੰਜਾਬ ਦਾ ਮਾਰਕਫੈਡ ਕੀ ਕਰ ਰਿਹਾ ਤੇ ਪੰਜਾਬ ਦਾ ਵੇਰਕਾ ਕੀ ਕਰ ਰਿਹਾ। ਇਹ ਜਿਹੜੀ ਹੈ ਅਸੀਂ ਨਾ ਤਾਂ ਡਿਵੈਲਪ ਕੀਤਾ ਪਬਲਿਕ ਸੈਕਟਰ, ਨਾ ਅਸੀਂ ਕਿਤੇ ਵਿਦੇਸ਼ਾਂ ਦੇ ਵਿੱਚ ਮਾਰਕੀਟ ਲੱਭੀ ਹੈ ਜਿਹਦੇ 'ਚ ਕਿਸਾਨ ਜਿਹੜਾ ਉਹ ਆਪਣਾ ਸਮਾਨ ਅੱਛੀ ਕੁਆਲਿਟੀ ਦਾ ਤਿਆਰ ਕਰਕੇ ਤੇ ਲਾਹੇਵੰਦ ਪ੍ਰਾਈਸ ਤੇ ਵੇਚ ਸਕੇ। ਸਰ ਇੱਕ ਥੋੜ੍ਹੇ ਦਿਨ ਪਹਿਲਾਂ ਹੀ ਅਕਾਲੀ ਦਲ ਦੇ ਆਗੂ ਜਿਹੜੇ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਵੀ ਸਹਿਮਤੀ ਦਿਖਾਈ ਹੈ ਇਸ ਨੂੰ ਆਰਡੀਨੈਂਸ ਕਿ ਹਾਂ ਅਸੀਂ ਕਿਸਾਨਾਂ ਦੇ ਨਾਲ ਜਿਹੜਾ ਕਿ ਖੜਾਂਗੇ। ਰਾਜਨੀਤਿਕ ਮੀਟਿੰਗ ਸੀ ਕੋਈ, ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕੇਂਦਰ ਸਰਕਾਰ ਜਿਹੜੀ ਕਿ ਰਾਜ ਸਰਕਾਰਾਂ 'ਚ ਦਖਲਅੰਦਾਜ਼ੀ ਕਰ ਰਹੀ ਹੈ ਅਸੀਂ ਨਹੀਂ ਕਰਨ ਦੇਵਾਂਗੇ। ਗੱਲ ਇਹ ਹੈ ਕਿ ਕੇਂਦਰ ਸਰਕਾਰ ਦਾ ਇੱਕ ਆਪਣਾ ਦਾਇਰਾ ਆ, ਇੱਕ ਕੰਕਰੈਂਟ ਲਿਸਟ ਹੈਗੀ ਆ, ਇੱਕ ਸਟੇਟ ਲਿਸਟ ਹੈ। ਸਟੇਟ ਦੇ ਕੰਮ ਸਟੇਟ ਨੇ ਕਰਨੇ ਆ, ਕੇਂਦਰ ਦੇ ਕੰਮ ਕੇਂਦਰ ਨੇ ਕਰਨੇ ਆ। ਔਰ ਇਹ ਜਿਹੜਾ ਟਕਰਾਓ ਹੈ ਇਹ ਹਮੇਸ਼ਾ ਜਿਹੜਾ ਨਾ ਜਦੋਂ ਅਕਾਲੀ ਆਊਟ ਆਫ ਪਾਵਰ ਹੁੰਦੇ ਆ ਉਦੋਂ ਅਨੰਦਪੁਰ ਸਾਹਿਬ ਦਾ ਮਤਾ ਬਣ ਜਾਂਦਾ 1973 'ਚ, ਫਿਰ 1978 'ਚ ਬਣ ਗਿਆ ਨਵਾਂ ਉਹਨੂੰ ਅਮੈਂਡ ਕਰਕੇ, ਤੇ 1994 ਦੇ ਵਿੱਚ ਕਪਤਾਨ ਸਾਹਿਬ ਨੇ ਵੀ ਦਸਤਖਤ ਕਰਤੇ ਸੀ ਕਿ ਸਾਨੂੰ ਆਜ਼ਾਦ ਪੰਜਾਬ ਚਾਹੀਦਾ। ਤੇ ਇਹ ਤਾਂ ਰਾਜਨੀਤਿਕ ਮਜਬੂਰੀਆਂ ਨੇ, ਇਹ ਕੀ ਡਰਾਮੇਬਾਜ਼ੀ ਹੈ ਇਹ ਇਹੀ ਜਵਾਬ ਦੇ ਸਕਦੇ ਆ, ਮੈਂ ਨਹੀਂ ਗੱਲ ਕਰ ਸਕਦਾ। ਸਰ ਕੀ ਲੱਗਦਾ ਹੈ ਜੀ ਕਦ ਤੱਕ ਇਹ ਜਿਹੜਾ ਮਸਲਾ ਹੈ ਹੱਲ ਹੁੰਦਾ ਨਜ਼ਰ ਆਏਗਾ? ਅਕਾਲ ਪੁਰਖ ਕਿਰਪਾ ਕਰਨਗੇ, ਜਲਦੀ ਜਿਹੜਾ ਇਹ ਮਸਲਾ ਹੱਲ ਹੋ ਜਾਏਗਾ। ਆ ਸੀਗੇ ਸਾਡੇ ਨਾਲ ਇਕਬਾਲ ਸਿੰਘ ਜੀ ਲਾਲਪੁਰ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਆਰਡੀਨੈਂਸ ਦਾ ਜਿਹੜਾ ਮਸਲਾ ਹੈ ਉਹ ਜਲਦ ਤੋਂ ਜਲਦ ਹੱਲ ਹੋ ਜਾਏਗਾ। ਪਟਿਆਲਾ ਤੋਂ ਪ੍ਰਾਈਮ ਲਈ ਦਮਨਪ੍ਰੀਤ ਸਿੰਘ ਦੀ ਰਿਪੋਰਟ।